ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ। ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ, ਔਰ ਬੀਨ ਦੀ ਧੁਨ ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ। ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਕਥਾ ਵਿੱਚ ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਪਹੁੰਚੇ ਹੋਏ ਗਿਆਨੀ ਸੰਤ ਸਿੰਘ ਮਸਕੀਨ ਜੀ ਕੁੰਡਲਨੀ ਦੇ ਜਾਗਰਣ ਅਤੇ ਕਾਮ ਵਾਸ਼ਨਾ ਦੇ ਖਤਮ ਹੋਣ ਬਾਰੇ ਦੱਸ ਰਹੇ ਹਨ। ਮਸਕੀਨ ਜੀ ਦੱਸਦੇ ਹਨ ਕਿ ਇਹ ਜੋ ਸ਼ਕਤੀ ਹੈ, ਕੁੰਡਲਨੀ ਦੀ ਸ਼ਕਤੀ ਹੈ, ਜੋ ਕਿ ਸਾਡੀ ਜੀਵਨ ਸ਼ਕਤੀ ਨੂੰ ਹੀ ਕਿਹਾ ਜਾਂਦਾ ਹੈ। ਸਾਡੀ ਨਾਭੀ ਤੋਂ ਹੇਠਾਂ ਇਹ ਕੁੰਡਲ ਮਾਰ ਕੇ ਬੈਠੀ ਹੋਈ ਹੈ। ਜਦੋਂ ਇਹ ਸ਼ਕਤੀ 6 ਦੇ 6 ਚੱਕਰ ਜੋ ਕਿ ਆਪਣੇ ਸਰੀਰ ਦੇ ਵਿੱਚ ਹਨ, ਇਹਨਾਂ ਨੂੰ ਵਿੰਨ ਕੇ ਨਿਕਲਦੀ ਹੈ, 6 ਚੱਕਰਾਂ ਦੀ ਰੋਕ ਨੂੰ ਪਾਰ ਕਰਦੀ ਹੈ ਅਤੇ ਬਿਲਕੁਲ ਉੱਤੇ ਵਾਲੇ ਚੱਕਰ ਆਗਿਆ ਚੱਕਰ ਤੱਕ ਪਹੁੰਚਦੀ ਹੈ, ਜਿਸ ਨੂੰ ਕਿ ਬਿਲਕੁਲ ਪਰਮ ਆਨੰਦ, ਪਰਮ ਰਸ ਦੀ ਜਗ੍ਹਾ ਵੀ ਦੱਸਿਆ ਗਿਆ ਹੈ। ਜਦ ਇਹ ਸ਼ਕਤੀ ਉੱਪਰ ਉੱਠੇ ਤਾਂ ਬਣਦੀ ਹੈ ਨਾਮ ਰਸ, ਰਾਮ ਰਸ, ਔਰ ਇਹ ਸ਼ਕਤੀ ਜਦ ਥੱਲੇ ਜਾਏ ਇਸੇ ਨੂੰ ਕਾਮ ਰਸ ਕਿਹਾ ਜਾਂਦਾ ਹੈ। ਜੀਵਨ ਦਾ ਪ੍ਰਵਾਹ, ਥੱਲੇ ਦਾ ਵੇਗ ਕਾਮ ਰਸ ਅਤੇ ਉੱਪਰ ਵਾਲਾ ਵੇਗ ਰਾਮ ਰਸ, ਪਰਮੇਸ਼ਰ ਦੇ ਨਾਮ ਦਾ ਰਸ ਬਣ ਜਾਂਦਾ ਹੈ। ਹੁਣ ਗੱਲ ਇਹ ਹੈ ਕਿ ਸ਼ਕਤੀ ਇਹ ਜਾਗੇ ਕਿਵੇਂ। ਮਸਕੀਨ ਜੀ ਅੱਗੇ ਸਮਝਾਉਂਦੇ ਹਨ ਕਿ ਇਹ ਸ਼ਕਤੀ ਜਾਗਦੀ ਹੈ ਵਾਹਿਗੁਰੂ ਦੇ ਚਿੰਤਨ ਨਾਲ, ਮੂਲ ਮੰਤਰ ਦੇ ਜਾਪ ਨਾਲ, ਗੁਰਬਾਣੀ ਦੇ ਪਾਠ ਨਾਲ। ਇਹ ਜਿਹੜੀ ਸੋਈ ਹੋਈ ਸ਼ਕਤੀ ਹੈ ਇਹ ਜਾਗ ਪੈਂਦੀ ਹੈ। ਜਦ ਇਹ ਸ਼ਕਤੀ ਕੰਠ ਤੱਕ ਪਹੁੰਚ ਕੇ ਉੱਥੇ ਪਏ ਚੱਕਰ ਨੂੰ ਵਿੰਨ ਕੇ ਲੰਘਦੀ ਹੈ, ਉਸ ਚੱਕਰ ਦਾ ਨਾਮ ਹੈ ਵਿਸ਼ੁੱਧ ਚੱਕਰ, ਅਤੇ ਇਹ ਪਹੁੰਚਦੀ ਹੈ ਸਭ ਤੋਂ ਅਖੀਰਲੇ ਚੱਕਰ ਤੱਕ, ਜਿਸ ਨੂੰ ਕਿਹਾ ਜਾਂਦਾ ਹੈ ਆਗਿਆ ਚੱਕਰ। ਐਵੇਂ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ, ਪਰਮ ਧਾਮ ਤੱਕ ਪਹੁੰਚਣਾ ਪੈਂਦਾ ਹੈ। ਮਸਕੀਨ ਜੀ ਦੱਸਦੇ ਹਨ, ਮਨੁੱਖ ਇੱਕ ਸ਼ਕਤੀ ਹੈ, ਮਨੁੱਖੀ ਜੀਵਨ ਇੱਕ ਸ਼ਕਤੀ ਹੈ, ਔਰ ਸ਼ਕਤੀ ਰਸ ਦੀ ਪ੍ਰਾਪਤੀ ਲਈ ਉਸ ਦੀ ਤੀਬਰ ਇੱਛਾ ਰੱਖਦੀ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ ਅਤੇ ਰਸ ਆਤਮਾ ਦਾ ਵੀ ਹੈ। ਜਿੱਦਾਂ ਪਾਣੀ ਦਾ ਵੇਗ ਥੱਲੇ ਆਪੇ ਜਾਂਦਾ ਹੈ, ਜੀਵਨ ਸ਼ਕਤੀ ਵੀ ਇਸੇ ਤਰ੍ਹਾਂ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਦੀ ਪ੍ਰੇਰਨਾ ਦੀ ਲੋੜ ਨਹੀਂ ਪੈਂਦੀ। ਜਿੱਦਾਂ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਾਨੂੰ ਸਾਰੇ ਮਨੁੱਖਾਂ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਕਿ ਤੂੰ ਕ੍ਰੋਧੀ ਬਣ ਜਾ, ਜਾਂ ਤੂੰ ਲੋਭੀ ਬਣ ਜਾ, ਜਾਂ ਕਾਮੀ ਬਣ ਜਾ, ਜਾਂ ਝੂਠਾ ਬੇਈਮਾਨ ਬਣ ਜਾ। ਇਹ ਬੰਦਾ ਆਪਣੇ ਆਪ ਬਣ ਜਾਂਦਾ ਹੈ। ਸੱਤਵਾਦੀ ਬਣਨਾ, ਸੰਤੋਖੀ ਬਣਨਾ, ਦਇਆਲੂ ਬਣਨਾ, ਖਿਮਾਵਾਨ ਬਣਨਾ ਉਦਮ ਨਾਲ ਬਣਿਆ ਜਾਂਦਾ ਹੈ। ਜੀਵਨ ਸ਼ਕਤੀ ਨੂੰ ਵੀ ਇਸੇ ਤਰ੍ਹਾਂ ਉਦਮ ਚਾਹੀਦਾ ਹੈ, ਕੋਈ ਦਬਾਅ ਚਾਹੀਦਾ ਹੈ ਕਿ ਇਹ ਉੱਪਰ ਜਾ ਸਕੇ, ਉੱਪਰ ਉੱਠ ਸਕੇ। ਉਸੇ ਪ੍ਰੈਸ਼ਰ ਨੂੰ ਜਪ ਕਿਹਾ ਜਾਂਦਾ ਹੈ, ਪਰਮੇਸ਼ਰ ਦੇ ਨਾਮ ਦਾ ਜਪ, ਮੂਲ ਮੰਤਰ ਦਾ ਜਪ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜਦ ਜਪ ਜ਼ੁਬਾਨ ਤੋਂ, ਜਪ ਦੀ ਧੁਨੀ ਜਿਹੜੀ ਹੈ ਕੰਨਾਂ ਰਾਹੀਂ ਸਰੀਰ ਦੇ ਅੰਦਰ ਜਾਂਦੀ ਹੈ, ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਗਾਈ। ਅਨੰਤ ਜਨਮਾਂ ਤੋਂ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ ਅਤੇ ਜੀਵ ਅਕਸਰ ਹੀ ਆਪਣਾ ਜੀਵਨ ਸੌਂ ਕੇ ਹੀ ਬਤੀਤ ਕਰਦਾ ਹੈ। ਸਤਿਗੁਰੂ ਜੀ ਮਹਾਰਾਜ ਦਾ ਵੀ ਫਰਮਾਨ ਹੈ, ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਨੂੰ ਜਗਾਉਣ ਦੇ ਉਪਰਾਲੇ ਹਨ ਜਪ ਤੇ ਸਤਸੰਗ। ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ ਅਤੇ ਪਹਿਲੇ ਚੱਕਰ, ਮੂਲਾਧਾਰ ਚੱਕਰ ਜਿਸ ਨੂੰ ਕਿਹਾ ਗਿਆ ਹੈ, ਉਸ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਤਾਂ ਮਨੁੱਖ ਦੀ ਕਾਮ ਵਾਸਨਾ ਦੀ ਸਮਾਪਤੀ ਹੋ ਜਾਂਦੀ ਹੈ। ਜਿਸ ਮਨੁੱਖ ਦੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਪਰ ਉੱਠ ਜਾਵੇ, ਉਸ ਮਨੁੱਖ ਦੀ ਕਾਮ ਰਸ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਜੋ ਥਲ ਹੈ, ਕਾਮ ਦਾ ਨਿਵਾਸ ਹੈ, ਉਹ ਮੂਲਾਧਾਰ ਚੱਕਰ ਤੋਂ ਥੱਲੇ ਹੁੰਦਾ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠ ਚੁੱਕੀ ਅਤੇ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ।
ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ ਤੇ ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਹਜੇ ਸਿਰਫ ਵਾਸ਼ਨਾ ਹੀ ਮਿਟੀ ਹੈ, ਸਿਰਫ ਕਾਮ ਰਸਤੇ ਵਿੱਚ ਹੀ ਰੁਚੀਆਂ ਘਟੀਆਂ ਨੇ, ਅਜੇ ਪਰਮ ਨਿਧਾਨ ਦੀ ਪ੍ਰਾਪਤੀ, ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਮਸਕੀਨ ਜੀ ਅੱਗੇ ਫਰਮਾਉਂਦੇ ਨੇ ਕਿ ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਹੀ ਉੱਪਰ ਨਹੀਂ ਉੱਠਦੀ, ਦੇਖਣ ਵਿੱਚ ਆਇਆ ਹੈ ਕਿ ਭਾਵੇਂ ਉਹ 80-90 ਸਾਲ ਦੇ ਹੋ ਜਾਣ ਤਾਂ ਵੀ ਉਹਨਾਂ ਦੇ ਅੰਦਰ ਜਿਹੜੀ ਕਾਮ ਵਾਸ਼ਨਾ ਹੈ ਉਹ ਸਮਾਪਤ ਨਹੀਂ ਹੁੰਦੀ, ਇਹ ਵਾਸ਼ਨਾ ਹਮੇਸ਼ਾ ਬਣੀ ਰਹਿੰਦੀ ਹੈ। ਜੈਸੇ ਜੈਸੇ ਮਨੁੱਖ ਜਪ ਕਰਦਾ ਹੈ, ਇਹ ਸ਼ਕਤੀ ਉੱਪਰ ਉੱਠਦੀ ਹੈ ਅਤੇ ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਠਦੀ ਹੈ, ਫਿਰ ਕਾਮ ਵਾਸ਼ਨਾ ਸਮਾਪਤ ਹੁੰਦੀ ਹੈ। ਇੱਕੋ ਇੱਕ ਤਰੀਕਾ ਹੈ ਇਸ ਜਗਤ ਦੇ ਵਿੱਚ ਇਸ ਵਾਸ਼ਨਾ ਤੋਂ ਬਚਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਜਾਵੇ ਤਾਂ ਨਿਰੰਕਾਰ ਦਾ ਜਨਮ ਹੁੰਦਾ ਹੈ, ਨਿਰੰਕਾਰ ਦੀ ਦੁਨੀਆ ਦਾ ਜਨਮ ਹੁੰਦਾ ਹੈ। ਥੱਲੇ ਜਾਏ ਸਰੀਰ ਨੂੰ ਜਨਮ ਦਿੰਦੀ ਹੈ, ਉੱਪਰ ਜਾਏ ਤਾਂ ਪਰਮਾਤਮਾ ਨੂੰ ਜਨਮ ਦਿੰਦੀ ਹੈ। ਸਾਧਨਾ ਕਰਨ ਵਾਲਿਆਂ ਦੀ ਇਹ ਸ਼ਕਤੀ ਉੱਪਰ ਉੱਠੀ ਹੁੰਦੀ ਹੈ ਅਤੇ ਕਾਮ ਵਾਸਨਾ ਖਤਮ ਹੋਈ ਹੁੰਦੀ ਹੈ। ਸਾਧਕ ਪੁਰਸ਼ਾਂ ਦੀ, ਜਿਹੜੇ ਉਸ ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਪਹੁੰਚ ਚੁੱਕੇ ਹਨ। ਹੁਣ ਇਹ ਸ਼ਕਤੀ ਉਹਨਾਂ ਸਾਧਕਾਂ ਨੂੰ ਸਾਰੇ ਜਗਤ ਦਾ ਤਮਾਮ ਰੂਪ ਪਰਮਾਤਮਾ ਦੇ ਰੂਪ ਰੰਗ ਦਾ ਬੋਧ ਕਰਾਉਂਦੀ ਹੈ। ਹੁਣ ਪਰਮ ਰੂਪ ਵਿੱਚ ਪਰਮ ਰੂਪ ਦੇ ਦਰਸ਼ਨ ਹੋ ਰਹੇ ਹੁੰਦੇ ਨੇ ਉਹਨਾਂ ਨੂੰ, ਹਰ ਆਕਾਰ ਵਿੱਚ ਨਿਰੰਕਾਰ ਦੀ ਝਲਕ ਮਿਲ ਰਹੀ ਹੁੰਦੀ ਹੈ। ਇਸ ਕਰਕੇ ਵਾਸ਼ਨਾ ਦਾ ਜਗਤ ਖਤਮ ਤੇ ਪ੍ਰਾਰਥਨਾ ਦਾ ਜਗਤ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਪ੍ਰਾਰਥਨਾ ਸ਼ੁਰੂ ਉਦੋਂ ਹੁੰਦੀ ਹੈ ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਇਸ ਤੋਂ ਪਹਿਲਾਂ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ ਹੈ, ਤਪ ਵੀ ਕਰ ਰਿਹਾ ਹੈ, ਧਾਰਮਿਕ ਸਥਾਨਾਂ ਵਿੱਚ ਬੈਠਾ ਸਾਧਨਾ ਵੀ ਕਰ ਰਿਹਾ ਹੈ, ਸੇਵਾ ਵੀ ਕਰ ਰਿਹਾ ਹੈ, ਜੇਕਰ ਉਸ ਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ ਤਾਂ ਉਸ ਦਾ ਭਜਨ, ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ। ਸਭ ਕੁਝ ਵਾਸਨਾ ਹੈ।